फ्रेंड्स, ਅੱਜ ਅਸੀਂ ਰੀਡ ਕਰਾਂਗੇ ਕਲਾਸ 9th ਦੀ ਸਪਲੀਮੈਂਟਰੀ ਰੀਡਰ ਬੁੱਕ ਦਾ ਪਹਿਲਾ ਚੈਪਟਰ ਦ ਮੈਜਿਕ ਵਾਇਲਨ, ਇੱਕ ਜਾਦੂਈ ਵਾਇਲਨ ਜਿਸ ਨੂੰ ਵਜਾਉਣ ਨਾਲ ਸਾਰੇ ਨੱਚਣ ਲੱਗਦੇ ਹਨ। ਤਾਂ ਇਸ ਨਾਲ ਸੰਬੰਧਿਤ ਹੈ ਅੱਜ ਦੀ ਆਪਣੀ ਸਟੋਰੀ। ਤਾਂ ਆਓ ਰੀਡ ਕਰਦੇ ਹਾਂ। An orphan lived in Sicily, Italy. ਸਿਸਲੀ ਵਿੱਚ ਇੱਕ ਅਨਾਥ ਬੱਚਾ ਰਹਿੰਦਾ ਸੀ। He went around looking for work. ਉਹ ਕੰਮ ਦੀ ਤਲਾਸ਼ ਵਿੱਚ ਇੱਧਰ-ਉੱਧਰ ਘੁੰਮਦਾ ਸੀ। He met a farmer who gave him the job of taking his goats to graze on the hills. ਉਸਨੂੰ ਇੱਕ ਕਿਸਾਨ ਮਿਲਦਾ ਹੈ ਜੋ ਉਸਨੂੰ ਆਪਣੀ ਬੱਕਰੀਆਂ ਨੂੰ ਪਹਾੜੀਆਂ ਉੱਤੇ ਚਰਾਉਣ ਦਾ ਕੰਮ ਦਿੰਦਾ ਹੈ। Did the boy get paid for the work he did? ਕੀ ਉਸ ਲੜਕੇ ਨੂੰ ਆਪਣੇ ਕੰਮ ਕਰਨ ਦੇ ਬਦਲੇ ਤਨਖਾਹ ਮਿਲੀ? What happened when he wanted to leave the job? ਕੀ ਵਾਪਰਿਆ ਜਦੋਂ ਉਸਨੇ ਆਪਣੀ ਜੌਬ ਛੱਡਣੀ ਚਾਹੀ? ਤਾਂ ਇਸ ਬਾਰੇ ਆਪਾਂ ਇਸ ਸਟੋਰੀ ਵਿੱਚ ਪੜਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ। In Sicily, there once lived a boy who was always happy, although he was very poor. ਸਿਸਲੀ ਵਿੱਚ ਇੱਕ ਵਾਰ ਇੱਕ ਲੜਕਾ ਰਹਿੰਦਾ ਸੀ ਜੋ ਹਮੇਸ਼ਾ ਪ੍ਰਸੰਨ ਰਹਿੰਦਾ ਸੀ, ਹਾਲਾਂਕਿ ਉਹ ਬਹੁਤ ਗਰੀਬ ਸੀ। His parents died when he was young, so he set out by himself to seek his fortune. ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ ਜਦ ਉਹ ਬਹੁਤ ਛੋਟੀ ਉਮਰ ਦਾ ਸੀ। ਇਸ ਲਈ ਉਹ ਆਪਣੀ ਕਿਸਮਤ ਦੀ ਖੋਜ ਵਿੱਚ ਇਕੱਲਾ ਹੀ ਨਿਕਲ ਪਿਆ। He laughed merrily at everything and all through his troubles. He was cheerful and happy. ਉਹ ਹਰੇਕ ਗੱਲ ਤੇ ਖੁਸ਼ੀ ਨਾਲ ਹੱਸ ਦਿੰਦਾ ਅਤੇ ਆਪਣੇ ਸਾਰੇ ਕਸ਼ਟਾਂ ਦੇ ਦੌਰਾਨ ਉਹ ਪ੍ਰਸੰਨ ਅਤੇ ਹਸਮੁਖ ਬਣਿਆ ਰਹਿੰਦਾ। He went about the country looking for work, and at last, one day, he came to the farmhouse. ਉਹ ਕੰਮ ਦੀ ਖੋਜ ਕਰਦਾ ਹੋਇਆ ਪ੍ਰਦੇਸ਼ ਦਾ ਚੱਕਰ ਕੱਟਦਾ ਰਿਹਾ ਅਤੇ ਅੰਤ ਵਿੱਚ ਇੱਕ ਦਿਨ ਉਹ ਇੱਕ ਫਾਰਮ ਹਾਊਸ ਤੇ ਆਇਆ। He knocked at the door and the farmer came out. ਉਸਨੇ ਦਰਵਾਜ਼ਾ ਖੜਕਾਇਆ ਤੇ ਕਿਸਾਨ ਬਾਹਰ ਆਇਆ। What do you want? The farmer asked angrily. ਤੂੰ ਕੀ ਚਾਹੁੰਦਾ ਹੈ? ਕਿਸਾਨ ਨੇ ਗੁੱਸੇ ਨਾਲ ਪੁੱਛਿਆ। He was a mean person and a miser and thought that the boy must be a beggar. ਉਹ ਇੱਕ ਮਤਲਬੀ ਅਤੇ ਕੰਜੂਸ ਆਦਮੀ ਸੀ ਅਤੇ ਉਸਨੇ ਸੋਚਿਆ ਕਿ ਉਹ ਲੜਕਾ ਜ਼ਰੂਰ ਹੀ ਕੋਈ ਭਿਖਾਰੀ ਹੋਵੇਗਾ। I want work, said the boy smiling, and any kind of work. ਮੈਨੂੰ ਕੰਮ ਚਾਹੀਦਾ ਹੈ, ਲੜਕੇ ਨੇ ਮੁਸਕਰਾਉਂਦੇ ਹੋਏ ਕਿਹਾ, ਅਤੇ ਕਿਸੇ ਵੀ ਤਰ੍ਹਾਂ ਦਾ ਕੰਮ। I see, said the miser less angrily. ਮੈਂ ਸਮਝ ਗਿਆ, ਉਸ ਕੰਜੂਸ ਨੇ ਪਹਿਲਾਂ ਤੋਂ ਘੱਟ ਗੁੱਸੇ ਵਿੱਚ ਕਿਹਾ। And he saw a way of getting something for nothing.
ਅਤੇ ਉਸ ਨੂੰ ਇੱਕ ਢੰਗ ਨਜ਼ਰ ਆਇਆ ਕੁਝ ਕੀਤੇ ਬਿਨਾ ਕੁਝ ਪ੍ਰਾਪਤ ਕਰਨ ਦਾ। Well, you can come and look after my goats. ਹਾਂ, ਤੂੰ ਆ ਸਕਦਾ ਹੈ ਅਤੇ ਮੇਰੀਆਂ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਹੈ। So the boy went to live in the farmhouse. ਇਸ ਪ੍ਰਕਾਰ ਉਹ ਲੜਕਾ ਫਾਰਮ ਹਾਊਸ ਤੇ ਰਹਿਣ ਲਈ ਚਲਾ ਗਿਆ। And every day he took the goats to the hills to graze. ਅਤੇ ਹਰ ਰੋਜ਼ ਉਹ ਬੱਕਰੀਆਂ ਨੂੰ ਚਰਾਉਣ ਦੇ ਲਈ ਪਹਾੜੀਆਂ ਉੱਤੇ ਜਾਇਆ ਕਰਦਾ ਸੀ। At the end of 3 years, the boy wanted a change of work because he felt lonely in the hills. 3 ਸਾਲ ਬੀਤਣ ਤੇ ਉਹ ਲੜਕਾ ਹੁਣ ਉਸ ਕੰਮ ਵਿੱਚ ਕੁਝ ਪਰਿਵਰਤਨ ਦੀ ਇੱਛਾ ਕਰਨ ਲੱਗਾ ਕਿਉਂਕਿ ਪਹਾੜੀਆਂ ਵਿੱਚ ਉਹ ਬਹੁਤ ਇਕੱਲਾ ਮਹਿਸੂਸ ਕਰਦਾ ਸੀ। When he came home at night, he saw anyone to talk but the old farmer. ਜਦ ਰਾਤ ਹੋਏ ਉਹ ਘਰ ਆਇਆ ਕਰਦਾ ਤਾਂ ਉੱਥੇ ਬੁੱਢੇ ਕਿਸਾਨ ਦੇ ਇਲਾਵਾ ਕੋਈ ਵੀ ਦੂਜਾ ਵਿਅਕਤੀ ਗੱਲ ਕਰਨ ਲਈ ਦਿਖਾਈ ਨਾ ਦਿੰਦਾ। One evening, he told his master that he wanted to leave him. ਇੱਕ ਸ਼ਾਮ ਉਸਨੇ ਆਪਣੇ ਬੁੱਢੇ ਸੁਆਮੀ ਨੂੰ ਕਿਹਾ ਕਿ ਉਹ ਉਸ ਨੂੰ ਛੱਡ ਕੇ ਜਾਣਾ ਚਾਹੁੰਦਾ ਸੀ। He asked for his wages. Wages ਦਾ ਮਤਲਬ ਹੁੰਦਾ ਹੈ salary, ਤਨਖਾਹ। That he had earned during the 3 years on the farm. ਉਸਨੇ ਆਪਣਾ ਵੇਤਨ ਮੰਗਿਆ ਮਤਲਬ ਸੈਲਰੀ ਮੰਗੀ ਜੋ ਉਸਨੇ ਫਾਰਮ ਤੇ ਉਹਨਾਂ 3 ਸਾਲਾਂ ਦੇ ਦੌਰਾਨ ਕਮਾਇਆ ਸੀ। Wages? cried the farmer angrily. ਵੇਤਨ? ਕਿਸਾਨ ਨੇ ਗੁੱਸੇ ਨਾਲ ਚਿਲਾਉਂਦੇ ਹੋਏ ਕਿਹਾ। Wages? I never said anything about the wages when I give you work. ਵੇਤਨ? ਮੈਂ ਵੇਤਨ ਬਾਰੇ ਕਦੇ ਕੋਈ ਗੱਲ ਨਹੀਂ ਕਹੀ ਸੀ ਜਦ ਮੈਂ ਤੈਨੂੰ ਕੰਮ ਦਿੱਤਾ ਸੀ। That is so, answered the boy. ਉਹ ਤਾਂ ਠੀਕ ਹੈ, ਲੜਕੇ ਨੇ ਉੱਤਰ ਦਿੱਤਾ। But no one ever works for nothing. ਪਰ ਕੋਈ ਵੀ ਆਦਮੀ ਕਦੇ ਬੇਕਾਰ ਵਿੱਚ ਕੰਮ ਨਹੀਂ ਕਰਦਾ। I don't settle. I did not settle the wages then because I thought you are a just man. ਮੈਂ ਤਦ ਵੇਤਨ ਤੈਅ ਨਹੀਂ ਕੀਤਾ ਸੀ ਕਿਉਂਕਿ ਮੈਂ ਸਮਝਿਆ ਕਿ ਤੁਸੀਂ ਇੱਕ ਇਨਸਾਫ ਪਸੰਦ ਆਦਮੀ ਹੋ। And I am a just man, roared the farmer. ਅਤੇ ਮੈਂ ਇੱਕ ਇਨਸਾਫ ਪਸੰਦ ਆਦਮੀ ਹਾਂ, ਕਿਸਾਨ ਨੇ ਗਰਜਦੇ ਹੋਏ ਕਿਹਾ। No one has ever told me that I was not that before. ਮੈਨੂੰ ਕਦੇ ਕਿਸੇ ਨੇ ਨਹੀਂ ਕਿਹਾ ਕਿ ਮੈਂ ਅਜਿਹਾ ਨਹੀਂ ਹਾਂ। You shall see. ਤੂੰ ਜਾਣ ਜਾਵੇਂਗਾ। I will pay your wages even though I don't owe you any. मैं तेरा वेतन दे दियांगा हालांकि मैं तेरा कुछ नहीं देना है। Then he gave the boy 3 copper coins for 3 years' work.
ਫਿਰ ਉਸਨੇ ਲੜਕੇ ਨੂੰ 3 ਸਾਲਾਂ ਦੇ ਕੰਮ ਦੇ ਬਦਲੇ ਤਾਂਬੇ ਦੇ 3 ਸਿੱਕੇ ਦੇ ਦਿੱਤੇ। The boy looked at them and laughed. ਲੜਕੇ ਨੇ ਉਹਨਾਂ ਵੱਲ ਦੇਖਿਆ ਤੇ ਹੱਸ ਪਿਆ। He put the coins in his pocket, took his shabby hat and went off whistling. ਉਸਨੇ ਸਿੱਕੇ ਆਪਣੀ ਜੇਬ ਵਿੱਚ ਪਾਏ, ਆਪਣਾ ਭੱਦਾ ਜਿਹਾ ਟੋਪ ਚੁੱਕਿਆ ਅਤੇ ਸੀਟੀ ਵਜਾਉਂਦਾ ਹੋਇਆ ਉੱਥੋਂ ਚਲਾ ਗਿਆ। That night he slept under a haystack, and in the morning when he woke up, he saw an old beggar in front of him. ਉਸ ਰਾਤ ਉਹ ਇੱਕ ਘਾਹ ਦੇ ਢੇਰ ਦੇ ਹੇਠ ਸੁੱਤਾ ਅਤੇ ਸਵੇਰੇ ਜਦੋਂ ਉੱਠਿਆ ਤਾਂ ਉਸ ਨੂੰ ਆਪਣੇ ਸਾਹਮਣੇ ਇੱਕ ਬੁੱਢਾ ਭਿਖਾਰੀ ਦਿਖਾਈ ਦਿੱਤਾ। The boy smiled and said, ਲੜਕਾ ਮੁਸਕਰਾਇਆ ਅਤੇ ਬੋਲਿਆ, Good morning, my friend. You are out of bed early. शुभ प्रभात मेरे मित्र, तू जल्दी ही जाग उठिया है। I am. हाँ अजिहा ही है, replied the beggar. भिखारी ने उत्तर दिता। I was so hungry that I could not have slept even if I had a bed of feathers to lie on. मैं इन्ना भुखा सी कि मैनू नींद नहीं आ सकती सी, भावें मेरे कोल लेटन दे लई कोई कोमल मखमली बिस्तर ही क्यों ना हुंदा। Can you spare me a copper coin or two? I'm so hungry. ਕੀ ਤੇਰੇ ਕੋਲ ਮੈਨੂੰ ਦੇਣ ਲਈ ਇੱਕ ਜਾਂ ਦੋ ਫਾਲਤੂ ਤਾਂਬੇ ਦੇ ਸਿੱਕੇ ਹਨ? ਮੈਨੂੰ ਬਹੁਤ ਭੁੱਖ ਲੱਗੀ ਹੈ। The boy put his hand into his pocket and took out the 3 copper coins that were his wages for 3 years. ਲੜਕੇ ਨੇ ਆਪਣਾ ਹੱਥ ਆਪਣੀ ਜੇਬ ਵਿੱਚ ਪਾਇਆ ਅਤੇ ਉਹ 3 ਤਾਂਬੇ ਦੇ ਸਿੱਕੇ ਕੱਢੇ ਜੋ ਉਸ ਦਾ 3 ਸਾਲਾਂ ਦਾ ਵੇਤਨ ਸੀ। Take these, he said cheerfully. ਇਹ ਲਵੋ, ਉਸਨੇ ਪ੍ਰਸੰਨਤਾਪੂਰਵਕ ਕਿਹਾ। It took me a long time to earn them, but I can go back to the goats again and earn some more. ਇਹਨਾਂ ਨੂੰ ਕਮਾਉਣ ਵਿੱਚ ਮੈਨੂੰ ਲੰਮਾ ਸਮਾਂ ਲੱਗ ਗਿਆ ਸੀ, ਪਰ ਮੈਂ ਫਿਰ ਤੋਂ ਬੱਕਰੀਆਂ ਕੋਲ ਵਾਪਸ ਜਾ ਸਕਦਾ ਹਾਂ ਅਤੇ ਕੁਝ ਕਮਾ ਸਕਦਾ ਹਾਂ। As the beggar took the 3 copper coins, his rags fell from his body, and in their place appeared a black velvet cloak with silver work on it. ਜਿਵੇਂ ਹੀ ਭਿਖਾਰੀ ਨੇ ਤਾਂਬੇ ਦੇ 3 ਸਿੱਕੇ ਲਏ, ਉਸ ਦੇ ਚੀਥੜੇ ਉਸ ਦੇ ਸਰੀਰ ਤੋਂ ਗਿਰ ਗਏ ਅਤੇ ਉਹਨਾਂ ਦੀ ਜਗ੍ਹਾ ਕਾਲੇ ਰੰਗ ਦਾ ਇੱਕ ਮਖਮਲੀ ਚੋਗਾ ਆ ਗਿਆ, ਜਿਸ ਦੇ ਉੱਪਰ ਚਾਂਦੀ ਦੀ ਕਢਾਈ ਦਾ ਕੰਮ ਕੀਤਾ ਹੋਇਆ ਸੀ। You are a good lad, I see, said the old man. मैं जान गया हाँ कि तू एक चंगा बालक है, बुढ़े आदमी ने कहा। I am not a beggar, I am an angel. मैं एक भिखारी नहीं हाँ, मैं एक फरिश्ता हाँ। I can grant you 2 wishes. मैं तेनू 2 इच्छावां दा वरदान दे सकदा हाँ। What do you mean? तू की चाहता है? I can grant gifts to those who deserve them. मैं ਅਜਿਹੇ ਵਿਅਕਤੀਆਂ ਨੂੰ ਉਪਹਾਰ ਦੇ ਸਕਦਾ ਹਾਂ ਜੋ ਇਸ ਦੇ
ਪਾਤਰ ਹੋਣ। The boy thought for a moment and said, ਲੜਕੇ ਨੇ ਇੱਕ ਪਲ ਸੋਚਿਆ ਅਤੇ ਫਿਰ ਕਿਹਾ, I would like to have a violin which plays music to make all men dance. मैं एक ਅਜਿਹੀ ਸਾਰੰਗੀ ਪ੍ਰਾਪਤ ਕਰਨੀ ਚਾਹਾਂਗਾ ਜੋ ਅਜਿਹਾ ਸੰਗੀਤ ਕੱਢੇ ਕਿ ਸਾਰੇ ਮਨੁੱਖ ਨੱਚਣ ਲੱਗਣ। And a gun that will always hit the thing at which I aim. ਅਤੇ ਇੱਕ ਬੰਦੂਕ ਚਾਹੁੰਦਾ ਹਾਂ ਜੋ ਸਦਾ ਉਸ ਚੀਜ਼ ਤੇ ਲੱਗੇ ਜਿਸ ਤੇ ਮੈਂ ਨਿਸ਼ਾਨਾ ਸਾਧਾਂ। The old man smiled at once from beneath his cloak. He brought out a violin and a gun. ਬੁੱਢਾ ਆਦਮੀ ਮੁਸਕਰਾ ਦਿੱਤਾ ਅਤੇ ਤੁਰੰਤ ਆਪਣੇ ਚੋਗੇ ਦੇ ਹੇਠੋਂ ਇੱਕ ਸਾਰੰਗੀ ਅਤੇ ਇੱਕ ਬੰਦੂਕ ਕੱਢੀ। He gave them to the boy. ਉਸਨੇ ਉਹ ਲੜਕੇ ਨੂੰ ਦੇ ਦਿੱਤੀਆਂ। May they bring you happiness that you deserve, he said and disappeared. ਈਸ਼ਵਰ ਕਰੇ ਉਹ ਤੇਰੇ ਲਈ ਖੁਸ਼ੀਆਂ ਲੈ ਕੇ ਆਉਣ ਜਿਨ੍ਹਾਂ ਦਾ ਤੂੰ ਪਾਤਰ ਹੈ, ਉਸਨੇ ਕਿਹਾ ਅਤੇ ਅਲੋਪ ਹੋ ਗਿਆ। The boy made his way back towards the farm where he had worked for 3 long years for 3 copper coins. ਲੜਕੇ ਨੇ ਵਾਪਸ ਉਸ ਫਾਰਮ ਦੇ ਵੱਲ ਆਪਣਾ ਰਸਤਾ ਲਿਆ ਜਿੱਥੇ ਉਸ ਨੇ ਤਾਂਬੇ ਦੇ 3 ਸਿੱਕਿਆਂ ਦੇ ਲਈ 3 ਸਾਲਾਂ ਤੱਕ ਕੰਮ ਕੀਤਾ ਸੀ। And just as he went near the gate, a bird flew up from a field. ਅਤੇ ਜਿਵੇਂ ਹੀ ਉਹ ਗੇਟ ਦੇ ਨਜ਼ਦੀਕ ਪਹੁੰਚਿਆ, ਖੇਤ ਵਿੱਚੋਂ ਇੱਕ ਪੰਛੀ ਉੱਡ ਕੇ ਉੱਪਰ ਨੂੰ ਆਇਆ। At once the boy aimed at it with his magic gun and of course hit the bird. ਤੁਰੰਤ ਲੜਕੇ ਨੇ ਆਪਣੀ ਜਾਦੂਈ ਬੰਦੂਕ ਦੇ ਨਾਲ ਇਸ ਤੇ ਨਿਸ਼ਾਨਾ ਬੰਨਿਆ ਅਤੇ ਇਹ ਪੰਛੀ ਨੂੰ ਜਾ ਲੱਗਾ। As the bird fell, the farmer came out of the house and went to pick it up. जब पंछी हेठा डिग्गा ਤਾਂ ਉਹ ਕਿਸਾਨ ਘਰ ਤੋਂ ਬਾਹਰ ਆ ਗਿਆ ਅਤੇ ਇਸ ਨੂੰ ਚੁੱਕਣ ਲਈ ਗਿਆ। That is mine, he shouted. ਇਹ ਮੇਰਾ ਹੈ, ਉਸਨੇ चिल्लाते हुए कहा। Certainly, answered the boy. निश्चय ही उस लड़के ने उत्तर दिया। But you may only have it by dancing for it. परंतु इस ਨੂੰ ਤੁਸੀਂ ਸਿਰਫ ਨੱਚ ਕੇ ਹੀ ਪ੍ਰਾਪਤ ਕਰ ਸਕਦੇ ਹੋ। I will have none of your rudeness, you rascal, shouted the farmer. ओए दुष्ट, मैं तेरी किसी गुस्ताखी ਨੂੰ नहीं ਮੰਨਾਂਗਾ, किसान ने चिल्लाते हुए कहा। But before you could reach the bird, the boy began to play on his violin and the farmer had to dance. पर इस तो पहला कि ਉਹ ਪੰਛੀ ਤੱਕ ਪਹੁੰਚ ਸਕਦਾ, ਲੜਕਾ ਆਪਣੀ ਸਾਰੰਗੀ ਵਜਾਉਣ ਲੱਗਾ ਅਤੇ ਕਿਸਾਨ ਨੂੰ ਨੱਚਣਾ ਪਿਆ। ਨੱਚਦਾ ਹੀ ਕਿਉਂ ਨਾ, ਉਸਦੇ ਕੋਲ ਮੈਜਿਕ ਵਾਇਲਨ ਸੀ। He danced and the boy would not stop playing. ਉਹ ਨੱਚਦਾ ਰਿਹਾ ਅਤੇ ਲੜਕਾ ਵਜਾਉਣਾ ਬੰਦ ਨਹੀਂ ਕਰ ਰਿਹਾ ਸੀ।
Stop, shouted the tired farmer. बंद कर, थके हुए किसान ने चिल्ला के कहा. Stop, oh please stop. बंद कर, कृपा करके बंद कर दे. I will give you 1,000 pieces of silver if you only stop. मैं तेनू चांदी दे 1,000 सिक्के देंगा जेकर तू केवल इसनु बंद कर देवे. Let us go and fetch them first, said the boy. आओ चलदे हां ਅਤੇ ਪਹਿਲਾਂ ਉਹਨਾਂ ਨੂੰ ਲੈ ਕੇ ਆਂਦੇ ਹਾਂ, ਲੜਕੇ ਨੇ ਕਿਹਾ. So still dancing, the farmer went into his house and took the silver coins from beneath a board in the floor where he had hidden them. इस प्रकार ਹੁਣ ਵੀ ਨੱਚਦਾ ਹੋਇਆ ਉਹ ਕਿਸਾਨ ਆਪਣੇ ਘਰ ਦੇ ਅੰਦਰ ਚਲਾ ਗਿਆ ਅਤੇ ਫਰਸ਼ ਵਿੱਚ ਲੱਗੇ ਇੱਕ ਤਖਤੇ ਦੇ ਹੇਠੋਂ ਚਾਂਦੀ ਦੇ ਸਿੱਕੇ ਕੱਢੇ ਜਿੱਥੇ ਉਸਨੇ ਇਹਨਾਂ ਨੂੰ ਲੁਕੋ ਕੇ ਰੱਖਿਆ ਹੋਇਆ ਸੀ. And the boy played on and on. ਉਹ ਲੜਕਾ ਸਾਰੰਗੀ ਵਜਾਉਂਦਾ ਜਾ ਰਿਹਾ ਸੀ. It was only when the farmer held out the 1,000 pieces of silver to the boy that he stopped playing the violin. सिर्फ जब किसान चांदी दे 1,000 सिक्के बाहर लड़के दे सामने रखे तब ही उसने सारंगी बजानी बंद की थी. Then he went on his way. फिर वो अपने रास्ते चला गया. But the farmer ran before him into the village and told the police that the boy was a thief. परंतु किसान उस तो पहला ही भज के पिंड विच पहुंच गया ਅਤੇ ਪੁਲਿਸ ਨੂੰ ਕਹਿ ਦਿੱਤਾ ਕਿ ਉਹ ਲੜਕਾ ਇੱਕ ਚੋਰ ਸੀ. The magistrate sent out the policemen and they soon caught the boy with the 1,000 pieces of silver that the farmer said he had stolen. Magistrate ਨੇ ਸਿਪਾਹੀਆਂ ਨੂੰ ਉੱਥੇ ਭੇਜਿਆ ਅਤੇ ਉਹਨਾਂ ਨੂੰ ਜਲਦੀ ਹੀ ਲੜਕੇ ਨੂੰ ਚਾਂਦੀ ਦੇ 1,000 ਸਿੱਕਿਆਂ ਦੇ ਨਾਲ ਫੜ ਲਿਆ ਜੋ ਕਿਸਾਨ ਨੇ ਕਿਹਾ ਕਿ ਉਸਨੇ ਚੁਰਾਏ ਸਨ. In those days in Sicily, the punishment for stealing was death. ਉਹਨਾਂ ਦਿਨਾਂ ਵਿੱਚ ਸਿਸਲੀ ਵਿੱਚ ਚੋਰੀ ਕਰਨ ਦੀ ਸਜ਼ਾ ਮੌਤ ਸੀ. It seemed impossible for such a poor boy to have such a large sum of money. ਅਜਿਹਾ ਨਾਮੁਮਕਿਨ ਪ੍ਰਤੀਤ ਹੁੰਦਾ ਸੀ ਕਿ ਇਸ ਤਰ੍ਹਾਂ ਦੇ ਗਰੀਬ ਲੜਕੇ ਦੇ ਕੋਲ ਧਨ ਦੀ ਇੰਨੀ ਵੱਡੀ ਰਕਮ ਹੋਵੇ. So he was sentenced to be hanged at once. ਇਸ ਲਈ ਉਸ ਨੂੰ ਤੁਰੰਤ ਫਾਂਸੀ ਦੇ ਲਟਕਾਉਣ ਦੀ ਸਜ਼ਾ ਦੇ ਦਿੱਤੀ ਗਈ ਹੋਵੇ. The boy asked the magistrate to let him play the violin before he was hanged. ਲੜਕੇ ਨੇ ਮੈਜਿਸਟ੍ਰੇਟ ਨੂੰ ਕਿਹਾ ਕਿ ਉਸ ਨੂੰ ਸਾਰੰਗੀ ਵਜਾ ਲੈਣ ਦਿੱਤੀ ਜਾਵੇ ਇਸ ਤੋਂ ਪਹਿਲਾਂ ਕਿ ਉਸ ਨੂੰ ਫਾਂਸੀ ਤੇ ਲਟਕਾਇਆ ਜਾਵੇ. The kind magistrate allowed him to do so. ਦਇਆਲੂ ਮੈਜਿਸਟ੍ਰੇਟ ਨੇ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ. The farmer cried out in alarm when he saw the hangman give the violin back to the boy and shouted to the magistrate. ਉਹ ਕਿਸਾਨ ਘਬਰਾ ਕੇ ਚਿਲਾਉਣ ਲੱਗ ਪਿਆ ਜਦ
ਉਸਨੇ ਲੜਕੇ ਨੂੰ ਸਾਰੰਗੀ ਵਾਪਸ ਦਿੰਦੇ ਹੋਏ ਜਲਾਦ ਨੂੰ ਵੇਖਿਆ ਅਤੇ ਉਸਨੇ ਚਿਲਾਉਂਦੇ ਹੋਏ ਮੈਜਿਸਟ੍ਰੇਟ ਨੂੰ ਕਿਹਾ, he must not play, he must not play. ਉਸ ਨੂੰ ਵਜਾਉਣ ਨਾ ਦਿਓ, ਉਸ ਨੂੰ ਵਜਾਉਣ ਨਾ ਦਿਓ। Oh, do not let him play. ਉਹ ਉਸ ਨੂੰ ਵਜਾਉਣ ਨਾ ਦਿਓ। But the magistrate only smiled and said. ਪਰ ਮੈਜਿਸਟ੍ਰੇਟ ਨੇ ਕੇਵਲ ਮੁਸਕਰਾਇਆ ਅਤੇ ਬੋਲਿਆ, it can do not harm. ਇਸ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ। Let the poor lad play the violin for a few minutes. बेचारे बालक ਨੂੰ ਕੁਝ ਦੇਰ ਸਾਰੰਗੀ ਵਜਾ ਲੈਣ ਦਿਓ। He is too young to die. ਉਹ ਮਰਨ ਜਾ ਰਿਹਾ ਹੈ। So the boy began to play the violin. ਇਸ ਤਰ੍ਹਾਂ ਲੜਕਾ ਸਾਰੰਗੀ ਵਜਾਉਣ ਲੱਗਾ। At once the magistrate and the hangman and the farmer and all the people who were gathered in the marketplace to see the poor boy being hanged began to dance. ਇਸ ਤਰ੍ਹਾਂ ਲੜਕਾ ਸਾਰੰਗੀ ਵਜਾਉਣ ਲੱਗਾ। ਤੁਰੰਤ ਮੈਜਿਸਟ੍ਰੇਟ, ਜਲਾਦ ਅਤੇ ਕਿਸਾਨ ਅਤੇ ਸਾਰੇ ਲੋਕ ਜੋ ਚੁਰਾਹੇ ਵਿੱਚ ਲੜਕੇ ਨੂੰ ਫਾਂਸੀ ਤੇ ਲਟਕਦਾ ਹੋਇਆ ਦੇਖਣ ਦੇ ਲਈ ਇਕੱਠੇ ਹੋਏ ਸਨ, ਨੱਚਣ ਲੱਗੇ। They danced and danced, and while the boy played, they could not stop dancing. ਉਹ ਨੱਚਦੇ ਰਹੇ ਅਤੇ ਨੱਚਦੇ ਰਹੇ ਅਤੇ ਜਦ ਤੱਕ ਲੜਕਾ ਵਜਾਉਂਦਾ ਰਿਹਾ, ਉਹ ਨੱਚਣਾ ਬੰਦ ਨਾ ਕਰ ਸਕੇ। Oh, 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 the magistrate cried. Oh, 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 मैजिस्ट्रेट ने चिल्ला के कहा, I cannot go on, I cannot. मैं इस ਨੂੰ जारी नहीं रख सकता। But he had to dance because he could not stop. परंतु ਉਸ ਨੂੰ ਨੱਚਣਾ ਪਿਆ ਕਿਉਂਕਿ ਉਹ ਰੁਕ ਨਹੀਂ ਸਕਦਾ ਸੀ। Make him stop, cried the tired farmer. ਉਸ ਨੂੰ ਰੋਕੋ, ਕਿਸਾਨ ਨੇ ਚਿਲਾਉਂਦੇ ਹੋਏ ਕਿਹਾ। Make him stop. He can have my 1,000 pieces of silver if he stops. ਉਸ ਨੂੰ ਰੋਕੋ, ਉਹ ਮੇਰੇ ਚਾਂਦੀ ਦੇ 1,000 ਸਿੱਕੇ ਰੱਖ ਸਕਦਾ ਹੈ ਜੇਕਰ ਉਹ ਰੁਕ ਜਾਵੇ। I shall die, cried the hangman. मैं मर जावांगा, जल्लाद चिल्लाया। I can dance no more. Make him stop. मैं ਹੁਣ ਹੋਰ ਨਹੀਂ ਨੱਚ ਸਕਦਾ, ਉਸ ਨੂੰ ਰੋਕੋ। But the boy played on, and the magistrate and the hangman and the farmer looked like dead people, dancing, for they had no strength left in them, but they could not stop. ਪਰ ਲੜਕਾ ਵਜਾਂਦਾ ਚਲਾ ਗਿਆ ਅਤੇ ਮੈਜਿਸਟ੍ਰੇਟ ਅਤੇ ਜਲਾਦ ਅਤੇ ਕਿਸਾਨ ਇਵੇਂ ਲੱਗ ਰਹੇ ਸਨ ਜਿਵੇਂ ਮਰੇ ਹੋਏ ਆਦਮੀ ਨੱਚ ਰਹੇ ਹੋਣ, ਕਿਉਂਕਿ ਉਹਨਾਂ ਵਿੱਚ ਕੋਈ ਤਾਕਤ ਹੀ ਨਹੀਂ ਬਚੀ ਸੀ, ਪਰ ਉਹ ਨਾ ਰੁਕ ਸਕੇ। At last the magistrate cried, "Stop, boy, stop. You shall go free." आखिर मैजिस्ट्रेट ने कहा, रुक जा लड़के, रुक जा, तेनू आजाद कर दिता जाएगा। The farmer gives you the 1,000 pieces of silver and I give you your freedom. किसान तेनू चांदी दे 1,000 सिक्के दिंदा है ਅਤੇ मैं तेनू आजादी दिंदा हाँ। Very well, said the boy.
Tell the hangman to fetch my gun and silver pieces, and I will stop. ठीक है, ਲੜਕੇ ਨੇ ਕਿਹਾ, ਜਲਾਦ ਨੂੰ ਕਹੋ ਕਿ ਉਹ ਮੇਰੀ ਬੰਦੂਕ ਨੂੰ ਅਤੇ ਚਾਂਦੀ ਦੇ ਸਿੱਕੇ ਲੈ ਕੇ ਆਏ ਅਤੇ ਫਿਰ ਮੈਂ ਬੰਦ ਕਰ ਦਿਆਂਗਾ। So the hangman danced away to the court house where the silver and the gun were kept. ਇਸ ਲਈ ਜਲਾਦ ਨੱਚਦਾ ਹੋਇਆ ਅਦਾਲਤ ਭਵਨ ਵਿੱਚ ਗਿਆ ਜਿੱਥੇ ਚਾਂਦੀ ਦੇ ਸਿੱਕੇ ਅਤੇ ਬੰਦੂਕ ਰੱਖੇ ਹੋਏ ਸਨ। He returned with the boy's things in his hands, and the boy said, ਜਦ ਉਹ ਲੜਕੇ ਦੀਆਂ ਚੀਜ਼ਾਂ ਆਪਣੇ ਹੱਥਾਂ ਵਿੱਚ ਵਾਪਸ ਆਇਆ ਤਾਂ ਲੜਕੇ ਨੇ ਕਿਹਾ, tie the gun to my belt and put the money in my pockets because I trust no one anymore. ਬੰਦੂਕ ਨੂੰ ਮੇਰੀ ਪੇਟੀ ਦੇ ਨਾਲ ਬੰਨ੍ਹ ਦਿਓ ਅਤੇ ਪੈਸੇ ਮੇਰੀਆਂ ਜੇਬਾਂ ਵਿੱਚ ਪਾ ਦਿਓ ਕਿਉਂਕਿ ਮੈਂ ਕਿਸੇ ਤੇ ਹੋਰ ਜ਼ਿਆਦਾ ਵਿਸ਼ਵਾਸ ਨਹੀਂ ਕਰ ਸਕਦਾ। I shall not stop playing until I have that which is my own, and I am too far away you to catch me again. मैं तब तक सारंगी ਵਜਾਣਾ ਬੰਦ ਨਹੀਂ ਕਰਾਂਗਾ ਜਦ ਤੱਕ ਮੈਨੂੰ ਉਹ ਪ੍ਰਾਪਤ ਨਹੀਂ ਹੋ ਜਾਂਦਾ ਜੋ ਮੇਰਾ ਆਪਣਾ ਹੈ ਅਤੇ ਮੈਂ ਤੁਹਾਡੇ ਤੋਂ ਇੰਨੀ ਦੂਰ ਨਹੀਂ ਨਿਕਲ ਜਾਂਦਾ ਕਿ ਤੁਸੀਂ ਮੈਨੂੰ ਦੁਬਾਰਾ ਨਾ ਪਕੜ ਸਕੋ। When the gun was tied to his belt and the money was in his pockets, he began to walk away, but he still played on the violin because he would not trust them. ਜਦ ਬੰਦੂਕ ਉਸ ਦੀ ਪੇਟੀ ਦੇ ਨਾਲ ਬੰਨ ਦਿੱਤੀ ਗਈ ਅਤੇ ਪੈਸੇ ਉਸ ਦੀਆਂ ਜੇਬਾਂ ਵਿੱਚ ਆ ਗਏ ਤਾਂ ਉਹ ਉੱਥੋਂ ਜਾਣ ਲੱਗਾ ਪਰ ਉਹ ਹੁਣ ਵੀ ਸਾਰੰਗੀ ਵਜਾਉਂਦਾ ਰਿਹਾ ਕਿਉਂਕਿ ਉਹ ਉਹਨਾਂ ਦੇ ਭਰੋਸਾ ਕਰਨ ਨੂੰ ਤਿਆਰ ਨਹੀਂ ਸੀ। The farmer and the magistrate and the hangman kept on dancing in the marketplace until the sound of the violin had died in the distance. ਕਿਸਾਨ ਅਤੇ ਮੈਜਿਸਟ੍ਰੇਟ ਅਤੇ ਜੱਲਾਦ ਚਰਾਹੇ ਵਿੱਚ ਨੱਚਦੇ ਚਲੇ ਗਏ ਤਦ ਤੱਕ ਕਿ ਸਾਰੰਗੀ ਦੀ ਆਵਾਜ਼ ਦੂਰ ਕਿਸੇ ਥਾਂ ਤੋਂ ਆਉਣੀ ਬੰਦ ਨਹੀਂ ਹੋ ਗਈ। Then they fell on the ground because they were all very tired. ਫਿਰ ਉਹ ਜ਼ਮੀਨ ਤੇ ਡਿੱਗ ਪਏ ਕਿਉਂਕਿ ਉਹ ਸਭ ਬਹੁਤ ਥੱਕ ਗਏ ਸਨ। But the boy went on to find his fortune with his violin under his arm, his gun on his back, and 1,000 pieces of silver in his pockets. ਪਰ ਲੜਕਾ ਆਪਣੀ ਕਿਸਮਤ ਦੀ ਖੋਜ ਵਿੱਚ ਚੱਲਦਾ ਗਿਆ ਆਪਣੀ ਸਾਰੰਗੀ ਨੂੰ ਆਪਣੀ ਬਾਂਹ ਦੇ ਹੇਠਾਂ ਲਟਕਾਏ ਹੋਏ ਆਪਣੀ ਬੰਦੂਕ ਨੂੰ ਆਪਣੀ ਪਿੱਠ ਤੇ ਉਠਾਏ ਹੋਏ ਅਤੇ ਚਾਂਦੀ ਦੇ 1000 ਸਿੱਕੇ ਆਪਣੀ ਜੇਬਾਂ ਵਿੱਚ ਲਏ ਹੋਏ। ਇਸ ਨਾਲ ਆਪਣੀ ਸਟੋਰੀ ਖਤਮ ਹੁੰਦੀ ਹੈ। ਉਮੀਦ ਹੈ ਤੁਹਾਨੂੰ ਇਹ ਸਟੋਰੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਥੈਂਕ ਯੂ। ਹੈਵ ਅ ਨਾਈਸ ਡੇ।